ਵਾਹਿਗੁਰੂ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਗੁਰ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਿੱਖ ਧਰਮ ਦੇ ਵਿੱਚ ਵਿਸ਼ੇਸ਼ ਕਰਕੇ, ਵੈਸੇ ਤਾਂ ਸਾਰੇ ਧਰਮਾਂ ਦੇ ਵਿੱਚ ਹੀ ਸਤਸੰਗ ਦਾ ਮਹੱਤਵ ਹੈ, ਪਰ ਸਿੱਖ ਧਰਮ ਦੇ ਵਿੱਚ ਵਿਸ਼ੇਸ਼ ਕਰਕੇ ਸਤ ਸੰਗਤ ਔਰ ਖਾਸ ਕਰਕੇ ਗੁਰਸਿੱਖ ਸਤ ਸੰਗਤ ਦਾ ਵਿਸ਼ੇਸ਼ ਸਤਿਕਾਰਯੋਗ ਰੁਤਬਾ ਹੈ। ਸਤਸੰਗ ਦਾ ਇੱਕ ਵਿਸ਼ੇਸ਼ ਹੀ ਮਹੱਤਵ ਪ੍ਰਭਾਵ ਹੈ ਅਤੇ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਕਿਉਂਕਿ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾ ਖਾਵੈ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਵੱਡੇ ਭਾਗਾਂ ਵਾਲੀ ਰੂਹ ਜਿਹੜੀ ਹੈ ਕੋਈ ਹਰ ਸਤ ਸੰਗਤ, ਹਰ ਸੰਗਤ ਭਾਵ ਪਰਮਾਤਮਾ ਦੀ ਗੁਰ ਪ੍ਰਸਾਦ ਜਿਹੜਾ ਹੈ ਅਸੀਂ ਪ੍ਰਾਪਤ ਕਰਨਾ ਹੈ ਗੁਰੂ ਤੋਂ ਲੈ ਕੇ। ਗੁਰੂ ਪਰਮ ਪਿਤਾ ਪਰਮਾਤਮਾ ਦੀ ਜੋ ਸੰਗਤ ਦੇ ਵਿੱਚ ਰਹਿੰਦਾ ਹੈ, ਉਸ ਸੰਗਤ ਦੀ ਗੱਲ ਹੈ ਕਿ ਉਹ ਵੱਡੇ ਭਾਗਾਂ ਵਾਲਾ ਹੀ ਪ੍ਰਾਪਤ ਕਰਦਾ ਹੈ ਸਤ ਸੰਗਤ ਨੂੰ। ਅਤੇ ਜਿਹੜੇ ਇਹਦੇ ਭਾਗ ਨਹੀਂ ਹੁੰਦੇ, ਉਹ ਭਾਗਹੀਨ ਜਿਹੜਾ ਹੈ ਭਟਕਦਾ ਫਿਰਦਾ ਹੈ, ਕਦੇ ਕਿਤੇ ਕਿਸੇ ਨੂੰ ਗੁਰੂ ਬਣਾਉਂਦਾ ਹੈ, ਕਦੇ ਕਿਤੇ ਕਿਸੇ ਨੂੰ ਗੁਰੂ ਬਣਾਉਂਦਾ ਹੈ, ਕਦੇ ਕਿਸੇ ਦੇ ਚਰਨਾਂ 'ਤੇ ਮੱਥਾ ਟੇਕਦਾ, ਕਦੇ ਕਿਸੇ ਦੇ ਜਾ ਕੇ ਟੱਲ ਖੜਕਾਉਂਦਾ, ਕਦੇ ਕਿਸੇ ਦੇ, ਇਸ ਤਰ੍ਹਾਂ ਭਟਕਦਾ ਫਿਰਦਾ ਔਰ ਚੋਟਾਂ ਖਾਂਦਾ, ਦੁੱਖ ਪਾਉਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਆ, ਭਾਈ ਗੁਰਮੁਖ ਪਿਆਰਿਓ, ਜਿਹੜਾ ਵੱਡ ਭਾਗੀ ਹੈ ਨਾ, ਉਹ ਸਤ ਸੰਗਤ, ਗੁਰੂ ਦੀ ਸਤ ਸੰਗਤ ਦੇ ਵਿੱਚ ਜੀ ਟਿਕਾ ਕੇ, ਜਗਿਆਸੂ ਬਣ ਕੇ, ਲੋੜਵੰਦ ਹੋ ਕੇ ਆਪਣੇ ਅਗਿਆਨ ਦਾ ਜੋ ਹਨੇਰਾ ਹੈ ਉਸ ਨੂੰ ਮਿਟਾਉਂਦਾ ਹੈ ਔਰ ਆਪਣੇ ਹਿਰਦੇ ਦੇ ਵਿੱਚ ਇੱਕ ਚਾਨਣ ਪੈਦਾ ਕਰਦਾ ਹੈ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਭਾਈ ਗੁਰਮੁਖ ਪਿਆਰਿਓ, ਵਿੱਚ ਸੰਗਤ ਦੇ ਵਿੱਚ ਹੀ, ਸੰਗਤ ਕਿਹੜੀ? ਸੰਗਤ ਤਾਂ ਆਮ ਐਸੀ ਵੀ ਹੁੰਦੀ ਹੈ ਕਿ 2000 ਬੰਦਾ ਇਕੱਠਾ ਹੋਇਆ ਜਾਂ ਸਾਰੀ ਦੁਨੀਆ ਇਕੱਠੀ ਹੋ ਗਈ ਹੈ, ਪਰ ਸਤ ਸੰਗਤ ਵਾਲੇ ਉਹਦੇ ਵਿੱਚ ਦੋ ਹੀ ਹੈ। ਗੁਰੂ ਦੇ ਨਾਲ, ਪਰਮਾਤਮਾ ਨਾਲ ਜੁੜੇ ਹੋਏ ਬੰਦੇ ਦੋ ਹੀ ਹੈ, ਔਰ ਬਾਕੀ ਸਾਰੀ ਦੀ ਸਾਰੀ ਸੰਗਤ ਜਿਹੜੀ ਹੈ, ਬਹੁਤ ਸਾਰੇ ਦਾ ਸਾਰਾ ਇਕੱਠ ਜਿਹੜਾ ਹੈ ਉਹ ਮਨਮੁਖਤਾ ਵਾਲਾ ਹੈ, ਮਾਇਆ ਦੇ ਨਾਲ ਜੁੜਿਆ ਹੋਇਆ, ਪਾਪ ਕਰਮਾਂ ਦੇ ਵਿੱਚ ਲੀਨ ਹੈ, ਪਾਪਾਂ ਦਾ ਭਰਿਆ ਹੋਇਆ ਜੀਵਨ ਹੈ, ਉਹਨਾਂ ਦਾ ਔਗਣਾਂ ਦੇ ਵਿੱਚ ਭਰਿਆ ਹੋਇਆ ਹੈ, ਮਮੇ ਹੰਕਾਰ ਦੇ ਵਿੱਚ ਭਰਿਆ ਹੋਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਉਹ ਲੋਕ ਭਰੇ ਹੋਏ ਆ। ਉਸ ਨੂੰ ਸਤਸੰਗ ਨਹੀਂ ਕਿਹਾ ਜਾਂਦਾ, ਉਹ ਸੰਗਤ ਹੈ, ਸਤਸੰਗ ਨਹੀਂ ਕਿਹਾ ਜਾਂਦਾ। ਗੁਰ ਕੀ ਖਾਸ ਕਰਕੇ ਗੁਰਸਿੱਖ ਸਤ ਸੰਗਤ, ਕਿਉਂਕਿ ਗੁਰਸਿੱਖ ਕੀ ਹੈ ਕਿ ਗੁਰੂ ਪਰਮਪਿਤਾ ਪਰਮਾਤਮਾ ਪਰਮੇਸ਼ਰ ਦਾ ਨਾਮ ਹੈ, ਔਰ ਪਰਮੇਸ਼ਰ ਦੇ ਧਰਮ ਨੂੰ ਜਾਣਨਾ, ਪਰਮੇਸ਼ਰ ਦੀ ਮੱਤ ਨੂੰ ਜਾਣਨਾ, ਪਰਮੇਸ਼ਰ ਦੇ ਸਿਧਾਂਤ ਨੂੰ ਜਾਣਨਾ, ਪਰਮੇਸ਼ਰ ਕਿਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਸਾਨੂੰ ਪ੍ਰਾਪਤ ਹੋ ਸਕਦਾ, ਉਸ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ, ਜਗਿਆਸਾ ਕਰਨੀ, ਇਸ ਨੂੰ ਗੁਰਸਿੱਖ ਸਤ ਸੰਗਤ ਕਿਹਾ ਜਾਂਦਾ। ਔਰ ਜਦੋਂ ਸਤ ਸੰਗਤ ਦੇ ਵਿੱਚ ਅਸੀਂ ਬੈਠ ਕੇ ਉਸ ਪਰਮ ਪਿਤਾ ਪਰਮਾਤਮਾ ਗੁਰੂ ਦਾ ਨਾਮ ਸਿਮਰਨ ਕਰਦੇ ਹਾਂ ਨਾ, ਵਾਹਿਗੁਰੂ ਵਾਹਿਗੁਰੂ ਜਾਂ ਹਰ ਹਰ ਜਾਂ ਅੱਲਾ ਅੱਲਾ ਜਾਂ ਕੁਛ ਵੀ ਨਾਮ ਤੁਸੀਂ ਰੱਖ ਲਿਆ ਉਸ ਦਾ, ਉਹ ਨਾਮ ਹਮੇਸ਼ਾ ਦ੍ਰਿੜ ਨਿਸ਼ਚੇ ਦੇ ਨਾਲ, ਪ੍ਰਤੀਤ ਦੇ ਨਾਲ, ਪਿਆਰ ਦੇ ਨਾਲ, ਭਾਵਨਾ ਦੇ ਨਾਲ ਜਦੋਂ ਤੁਸੀਂ ਸਿਮਰਨ ਕਰਦੇ ਹੋ ਨਾ, ਇੱਕ ਥਾਂ ਦੇ ਉੱਤੇ ਬੈਠ ਕੇ ਇਕੱਠੇ ਹੋ ਕੇ ਸਤ ਸੰਗਤ ਦੇ ਰੂਪ ਦੇ ਵਿੱਚ, ਉਦੋਂ ਇਸ ਨੂੰ ਗੁਰਸਿੱਖ ਸਤ ਸੰਗਤ ਕਿਹਾ ਜਾਂਦਾ ਹੈ। ਗੁਰ ਭਾਵ ਪਰਮ ਪਿਤਾ ਪਰਮਾਤਮਾ ਦੀ ਮਰਿਆਦਾ ਨੂੰ ਸਿੱਖਣ ਵਾਲੀ। ਗੁਰੂ, ਸਾਰੀ ਸ੍ਰਿਸ਼ਟੀ ਦਾ ਗੁਰੂ ਜਿਹੜਾ ਹੈ ਉਹ ਪਰਮ ਪਿਤਾ ਪਰਮਾਤਮਾ ਹੈ। ਸਾਹਿਬ ਸ੍ਰੀ ਗੁਰੂ
ਸਾਡੇ 10 ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਗੁਰੂ ਸਾਹਿਬਾਨ ਵੀ ਪਰਮ ਪਿਤਾ ਪਰਮਾਤਮਾ ਦਾ ਹੀ ਸਰੂਪ ਸਨ, ਕਿਉਂਕਿ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀ ਹੋਈ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ। ਬਚਨ ਹੈ ਕਲਾ ਧਾਰ ਨਾਰਾਇਣ ਹਰ ਆਪ ਪਰਵਰਿਓ। ਤੋ ਉਹ ਪਰਮ ਪਿਤਾ ਪਰਮਾਤਮਾ ਇਹ ਸਰੂਪ ਸਤਿਗੁਰੂ ਦਾ ਸਰੂਪ ਹੋ ਕੇ ਜਦੋਂ ਸੰਸਾਰ ਦੇ ਵਿੱਚ ਆਉਂਦਾ ਹੈ ਨਾ, ਤੇ ਇਹ 10 ਗੁਰੂ ਸਾਹਿਬਾਨ ਸਾਡੇ ਸਤਿਗੁਰੂ ਜੋ ਸਰੂਪ ਸੀ, ਇਹ ਪਰਮ ਪਿਤਾ ਪਰਮਾਤਮਾ ਦਾ ਹੀ ਸਰੂਪ ਸੀ। ਔਰ ਇਹਨਾਂ ਦੀ ਸੰਗਤ ਦੇ ਵਿੱਚ, ਸਤ ਸੰਗਤ ਦੇ ਵਿੱਚ, ਗੁਰ ਸਿੱਖ ਸਤ ਸੰਗਤ ਜਿਹੜੀ ਸੀ, ਉਹ ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਸੀ ਇਹਨਾਂ ਦੇ ਕਹੇ ਅਨੁਸਾਰ, ਇਹਨਾਂ ਦੇ ਬਚਨਾਂ ਦੇ ਅਨੁਸਾਰ, ਉਦੋਂ ਉਹ ਸਤ ਸੰਗਤ ਦਾ ਪਰਮ ਪਿਤਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਸੀ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਸੰਗਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਔਰ ਜੋ ਸੰਗਤ ਪਰਮਾਤਮਾ ਦੇ ਨਾਲ ਹਿਰਦਾ ਜੋੜ ਕੇ, ਸੁਰਤੀ ਜੋੜ ਕੇ, ਆਪਣੀ ਰੂਹ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਥਾਪਿਤ ਕਰਕੇ, ਚਰਨਾਂ ਦੇ ਨਾਲ ਮਨ ਜੋੜ ਕੇ ਵਾਹਿਗੁਰੂ ਨਾਮ ਸਿਮਰਨ ਕਰਦੀ ਹੈ, ਪਰਮਾਤਮਾ ਦਾ ਜੋ ਵੀ ਨਾਮ ਤੁਸੀਂ ਰੱਖ ਰੱਖਿਆ ਉਹ ਸਿਮਰਨ ਕਰਦੀ ਹੈ, ਉਦੋਂ ਪਰਮ ਪਿਤਾ ਪਰਮਾਤਮਾ ਦੇ ਸਾਨੂੰ ਇਸ ਸੰਗਤ ਦੇ ਵਿੱਚੋਂ ਵੀ ਦਰਸ ਦੀਦਾਰੇ ਹੋ ਜਾਂਦੇ ਹੈ। ਪਰ ਗੁਰੂ ਸਾਹਿਬ ਕਹਿੰਦੇ ਆ, ਭਾਈ ਗੁਰਮੁਖ ਪਿਆਰਿਓ, ਇਹ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਨਾ, ਇੱਕ ਜੋਤ ਸਰੂਪ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਗੁਰ ਸਿੱਖ ਸਤ ਸੰਗਤ ਦੀ ਲੋੜ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਸੁਰਤੀ ਜੁੜੀ ਹੋਣੀ ਚਾਹੀਦੀ ਹੈ, ਸਤ ਸੰਗਤ ਐਸੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਕਹਿੰਦੇ ਆ, ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਭਾਵ ਪਰਮ ਪਿਤਾ ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਦਾ ਨਾਮ ਜਿੱਥੇ ਸਿਮਰਿਆ ਜਾਂਦਾ ਹੈ, ਉਸ ਇਕੱਤਰਤਾ ਨੂੰ, ਉਸ ਸੰਗਤ ਨੂੰ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਏ। ਤੇ ਆਮ ਸਾਡੇ ਸਿਧਾਂਤ ਹੈ ਪੰਜਾਬੀ ਲੋਕਾਂ ਦੇ ਵਿੱਚ ਕਿ ਜੈਸੀ ਸੰਗਤ ਵੈਸੀ ਰੰਗਤ। ਜੇ ਅਸੀਂ ਸਤ ਸੰਗੀ ਪੁਰਸ਼ਾਂ ਦੀ, ਪਰਮਾਤਮਾ ਨਾਲ ਜੁੜੇ ਹੋਏ ਬੰਦਿਆਂ ਦੀ ਸੰਗਤ ਦੇ ਵਿੱਚ ਬੈਠਾਂਗੇ ਜਾ ਕੇ, ਸਤ ਸੰਗਤ ਦੇ ਵਿੱਚ ਬੈਠਾਂਗੇ ਜਾ ਕੇ, ਸਾਨੂੰ ਵੀ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਏਗਾ, ਸਾਡੇ ਵੀ ਮਸਤ ਮੋਹਲੇ ਮਨ ਜਿਹੜੇ ਹੈ ਉਹ ਹੋ ਜਾਣਗੇ। ਅਸੀਂ ਵੀ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਸਾਨੂੰ ਵੀ ਸੰਗਤ ਦੇ ਵਿੱਚੋਂ ਹੀ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਸ਼ੁਰੂ ਹੋ ਜਾਣਗੇ। ਤੇ ਗੁਰੂ ਸਾਹਿਬ ਇੱਕ ਬਖਸ਼ਿਸ਼ ਕਰਦੇ ਆ, ਭਾਈ ਇਹ ਪਰਮਾਤਮਾ ਜਿਹੜਾ ਹੈ ਨਾ, ਇਹ ਜੋਤ ਸਰੂਪ ਹੈ। ਇਹ ਪਰਮਾਤਮਾ ਜੋਤ ਸਰੂਪ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਜੋਤ ਜਿਹੜੀ ਹੈ ਨਾ, ਸੰਸਾਰ ਦੇ ਹਰ ਜੀਵ ਦੇ ਵਿੱਚ, ਪਸ਼ੂ ਪਕਸ਼ੀ ਦੇ ਵਿੱਚ, ਬੰਦੇ ਦੇ ਵਿੱਚ, ਪੇੜਾਂ ਦੇ ਵਿੱਚ, ਪੌਦਿਆਂ ਦੇ ਵਿੱਚ, ਪਰਬਤਾਂ ਦੇ ਵਿੱਚ, ਪਕਸ਼ੀਆਂ ਦੇ ਵਿੱਚ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਸਾਨੂੰ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਇਹ ਜੋਤ ਜਿਹੜੀ ਹੈ ਨਾ ਸਾਰਿਆਂ ਦੇ ਵਿੱਚ ਹੀ ਹੈ, ਉਹੀ ਜੋਤ ਹੈ ਜੀ, ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ ਜੋਤ ਹੈ, ਉਹੀ ਜੋਤ ਪਰਮ ਪਿਤਾ ਪਰਮਾਤਮਾ ਦੀ ਹੈ। ਉਸ ਦੇ ਚਾਨਣ ਨਾਲ ਹੀ ਸਾਡੇ ਹਿਰਦਿਆਂ ਦੇ ਵਿੱਚ, ਸੰਸਾਰ ਦੇ ਵਿੱਚ ਅੰਧੇਰਾ ਜਿਹੜਾ ਪਾਪਾਂ ਦਾ, ਅਗਿਆਨ ਦਾ ਅੰਧੇਰਾ ਵਰਤਿਆ ਹੋਇਆ, ਉਹ ਕੱਟਿਆ ਜਾਂਦਾ ਔਰ ਸਾਨੂੰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਪ੍ਰਗਟ ਕਿਵੇਂ ਹੁੰਦਾ? ਗੁਰੂ ਸਾਹਿਬ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਜਦੋਂ ਅਸੀਂ ਸਾਖੀ ਮਤਲਬ ਕਥਾ ਕਹਾਣੀ ਕਰਦੇ ਹਾਂ, ਅਕਥ ਕਥਾ ਕਰਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਵਿਚਾਰ ਕਰਦੇ ਹਾਂ, ਉਸ ਦੇ ਗੁਣ ਗਾਉਣੇ ਆ, ਉਦੋਂ ਇਹ ਜੋਤ ਜਿਹੜੀ ਹੈ ਨਾ, ਉਹ ਸਿਫਤ ਸਲਾਹ ਕਰਨ ਵਾਲੀ ਰੂਹ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਇਹ ਜਿਹੜੀ ਹੈ ਗੁਰੂ ਸਾਹਿਬ ਕਹਿੰਦੇ ਭਾਈ, ਇਹ ਜਿਹੜੀ ਹੈ ਨਾ ਪਰਮਾਤਮਾ ਦੀ ਕਿਰਪਾ ਨਾਲ ਇਹ ਜੋਤ ਜਿਹੜੀ ਪ੍ਰਗਟ ਹੁੰਦੀ ਹੈ, ਉਹ ਹੀ ਮਤਲਬ ਸਾਰੇ ਸੰਸਾਰ ਦੇ ਵਿੱਚ ਜਗ ਰਹੀ ਹੈ। ਔਰ ਇਹੀ ਸਾਡਾ ਮਨ, ਸਾਡਾ ਸੰਸਾਰ, ਸਾਡੇ ਜੀਵ, ਸਾਰੇ ਜੋ ਵੀ ਸੰਸਾਰ ਦੇ ਵਿੱਚ ਕੋਈ ਵਸਤੂ ਹੈ, ਕੋਈ ਵੀ ਜੀਵ ਹੈ, ਉਹ ਸਾਰੇ ਦਾ ਸਾਰਾ, ਇੱਥੋਂ ਤੱਕ ਕਿ ਪੇੜ ਪੌਦੇ ਵੀ, ਪਰਬਤ ਵੀ, ਨਦੀਆਂ ਨਾਲੇ ਵੀ, ਹਵਾ ਵੀ, ਪਵਨ ਪਾਣੀ ਵੀ, ਇਹ ਸਾਰੇ ਜਿਹੜੇ ਆ ਉਸ ਪਰਮ ਪਿਤਾ ਪਰਮਾਤਮਾ ਦੀ ਜੋਤ ਸਰੂਪ ਦੀ ਆਰਤੀ ਕਰਦੇ ਹੈ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਆ ਵੀ ਭਾਈ ਇਹ ਜੋਤ ਜਿਹੜੀ ਹੈ ਨਾ,
ਅੱਗੇ ਗੁਰੂ ਸਾਹਿਬ ਫਿਰ ਬਖਸ਼ਿਸ਼ ਕਰਦੇ ਆ ਵੀ ਇਹ ਜੋਤ ਕਿਸੇ ਵੀ ਜਾਤ 'ਚ ਹੋ ਸਕਦੀ ਹੈ। ਕੋਈ ਜਾਤ ਦਾ ਕੋਈ ਇਹ ਨਹੀਂ ਹੈ ਕਿ ਜਾਤ ਜੋ ਅਸੀਂ ਰੱਖੀ ਹੋਈ ਆ ਉਹ ਜਾਤ ਹੈ। ਇਹ ਜਾਤਾਂ ਤਾਂ ਅਸੀਂ ਬਣਾਈਆਂ ਹੋਈਆਂ। ਇਸ ਜਾਤਾਂ ਦਾ ਸਿੱਖ ਸਮਾਜ ਦੇ ਵਿੱਚ, ਸਿੱਖ ਧਰਮ ਦੇ ਵਿੱਚ ਕੋਈ ਮਹੱਤਵ ਨਹੀਂ ਹੈ। ਕੋਈ ਵੀ ਜਾਤ ਹੋਵੇ। ਸਾਧ ਸੰਗਤ ਜੀ, ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਨੇ ਸਾਨੂੰ ਇੱਕ ਭੇਦ ਸਮਝਾਇਆ ਹੋਇਆ ਕਿ ਵਾਹਿਗੁਰੂ ਜੋਤ ਸਰੂਪ ਹੈ ਔਰ ਉਹ ਜੋਤ ਸਰੂਪ ਕੈਸਾ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਇਹ ਜੋਤ ਜਿਹੜੀ ਹੈ, ਜਾਤ ਮੈਂ ਜੋਤ ਜੋਤ ਮੈਂ ਜਾਤਾ। ਜਾਤ ਭਾਵ ਸਾਰੀਆਂ ਜਾਤਾਂ ਦੇ ਵਿੱਚ। ਕਿਹੜੀਆਂ ਜਾਤਾਂ? ਬੰਦਿਆਂ ਦੀਆਂ ਜਾਤਾਂ ਨਹੀਂ, ਆ ਧਰਮ ਵਾਲੀਆਂ ਜਿਹੜੀਆਂ ਅਸੀਂ ਮਜ਼੍ਹਬੀ, ਚੂੜੇ, ਸਮਿਆਰ, ਹਿੰਦੂ, ਆ ਜੱਟ, ਸਿੱਖ, ਆ ਕਮਿਆ ਕਸਾਈ ਹੈ, ਆ ਕੌਣ ਹੈ, ਇਹ ਦਰਜੀ ਹੈ, ਇਹ ਫਲਾਨਾ, ਇਹ ਨਹੀਂ। ਇਹ ਜਾਤ ਇਹ ਕਿ ਪਸ਼ੂ ਜਾਤ, ਪੇੜ ਜਾਤ, ਬੰਦਾ ਜਾਤ, ਪਕਸ਼ੀ ਜਾਤ, ਇਹਨਾਂ ਜਾਤਾਂ ਦੇ ਵਿੱਚ ਵੀ ਗੁਰੂ ਸਾਹਿਬ ਜਾਤ ਮੈਂ ਜੋਤ, ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਜੋਤ ਮੈਂ ਜਾਤਾ, ਇਹਨਾਂ ਦੀਆਂ ਜੋਤਾਂ ਦੇ ਵਿੱਚ ਭਾਵ ਇਹਨਾਂ ਦੇ ਹਿਰਦਿਆਂ ਦੇ ਵਿੱਚ ਜੋ ਇਹ ਰੂਹਾਂ ਹੈ, ਜੋ ਇਹ ਜੀਵਾਂ ਦੀਆਂ ਜੋਤਾਂ ਹੈ, ਉਹਨਾਂ ਦੇ ਵਿੱਚ ਜਾਤਾ, ਜੋਤ ਮੈਂ ਜਾਤਾ। ਜਾਤਾ ਮਤਲਬ ਸਾਨੂੰ ਜਾਣਨ ਵਾਲਾ, ਸਾਨੂੰ ਪੈਦਾ ਕਰਨ ਵਾਲਾ। ਸਭ ਮੈਂ ਜੋ ਜਾਤ ਮੈਂ ਜੋਤ ਜੋਤ ਮੈਂ ਜਾਤਾ। ਅਕਲ ਕਲਾ, ਅਕਲ ਕਲਾ ਭਾਵ ਜਿਸ ਦੀ ਕਲਾ ਐਸੀ ਹੈ ਕਿ ਉਹ ਅਕਲ ਹੈ। ਕਲਾ ਤੋਂ ਕਲਾ ਹੈ ਵੀ ਔਰ ਕਲਾ ਨਹੀਂ ਵੀ ਹੈ, ਔਰ ਉਹ ਕਲਾ ਉਸ ਦੀ ਅਸੀਂ ਕੋਈ ਪਹੁੰਚ ਨਹੀਂ ਸਕਦੇ। ਇਸ ਕਰਕੇ ਉਸ ਕਲਾ ਨੂੰ ਅਕਲ ਕਲਾ ਕਿਹਾ ਜਾਂਦਾ ਹੈ। ਅਕਲ ਕਲਾ ਭਰਪੂਰ ਰਿਹਾ। ਜਾਤ ਮੈਂ ਜੋਤ ਜੋਤ ਮੈਂ ਜਾਤਾ, ਸਰਬ ਕਲਾ ਅਕਲ ਕਲਾ ਭਰਪੂਰ ਰਿਹਾ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ। ਉਹ ਪਰਮਪਿਤਾ ਪਰਮਾਤਮਾ ਇਹਨਾਂ ਸਾਰੇ ਹੀ ਜਾਤਾਂ ਦੇ ਵਿੱਚ, ਜੀਵਾਂ ਦੇ ਵਿੱਚ, ਉਹ ਪਰਮਪਿਤਾ ਪਰਮਾਤਮਾ ਜਿਹੜਾ ਹੈ ਹਰ ਦੇ ਵਿੱਚ ਵਸਿਆ ਹੋਇਆ ਔਰ ਹਮੇਸ਼ਾ ਭਰਪੂਰ ਤਰੀਕੇ ਨਾਲ ਉਹਨਾਂ ਦੇ ਵਿੱਚ, ਉਹਨਾਂ ਦੇ ਹਿਰਦਿਆਂ ਦੇ ਵਿੱਚ ਪ੍ਰਗਟ ਹੈ ਇਹ ਜੋਤ। ਤੋ ਸਾਧ ਸੰਗਤ ਜੀ, ਇਹ ਜੋਤ ਜਿਹੜੀ ਹੈ ਸਭ ਦੇ ਵਿੱਚ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਾਡੇ ਸਾਰੇ ਜੀਵਾਂ ਨੂੰ ਇਹ ਪ੍ਰਕਾਸ਼ ਦਿੰਦੀ ਹੈ, ਗਿਆਨ ਦਿੰਦੀ ਹੈ ਔਰ ਪਰਮਪਿਤਾ ਪਰਮਾਤਮਾ ਦਾ ਪ੍ਰਗਟਾਵਾ ਵੀ ਕਰਦੀ ਹੈ। ਭਰਪੂਰ ਕਲਾ ਦੇ ਵਿੱਚ ਇਹ ਪਰਮਪਿਤਾ ਪਰਮਾਤਮਾ ਸਭ ਜੀਵਾਂ ਦੀ ਜੋਤ ਦੇ ਵਿੱਚ ਬਿਰਾਜਮਾਨ ਹੈ, ਜਾਤ ਦੇ ਵਿੱਚ ਬਿਰਾਜਮਾਨ ਹੈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਜੀਓ। ਸਾਡੇ ਗੁਰਸਿੱਖ ਸੰਗਤ ਜਿਹੜੀ ਹੈ ਸਾਰੇ ਜੀਵਾਂ ਨੂੰ, ਸਾਰੇ ਸਿੱਖਾਂ ਨੂੰ ਏਕ ਪਿਤਾ ਕੀ ਸੰਤਾਨ ਸਮਝਦੇ ਹੈ ਔਰ ਸਾਰੇ ਆਪਸ ਵਿੱਚ ਦੇ ਵਿੱਚ ਭਾਈ ਭਾਈ ਹੈ। ਇਸ ਲਈ ਜਾਤ ਪਾਤ ਦੀ ਕੋਈ ਵੀ ਗੁਰਸਿੱਖ ਸਮਾਜ ਦੇ ਵਿੱਚ, ਸਿੱਖ ਧਰਮ ਦੇ ਵਿੱਚ ਕਿਤੇ ਵੀ ਕੋਈ ਜਗ੍ਹਾ ਨਹੀਂ ਹੈ। ਸਾਰੇ ਜੀਵ ਜਿਹੜੇ ਹੈ ਉਹ ਭੈਣ ਭਰਾ ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਗੁਰੂ ਸਾਹਿਬ ਕਹਿੰਦੇ ਕਿ ਜੋ ਪਾਪੀ ਹੈ, ਜੋ ਦੁਸ਼ਟ ਹੈ, ਜੋ ਰੂਹ ਅਵੱਗਿਆਕਾਰੀ ਹੈ ਪਰਮਾਤਮਾ ਦੀ, ਸਾਕਤ ਹੈ, ਪਰਮਾਤਮਾ ਨੂੰ ਨਹੀਂ ਮੰਨਦੀ, ਤੇ ਉਸ ਦੇ ਨਾਲ ਭਾਈ ਤੁਹਾਡਾ ਮਿਲਣ ਨਹੀਂ ਹੋਣਾ ਚਾਹੀਦਾ। ਉਸ ਦੇ ਨਾਲ ਕੋਈ ਤੁਸੀਂ ਨਾਤਾ ਨਹੀਂ ਰੱਖਣਾ। ਕਬੀਰ ਸਾਹਿਬ ਨੇ ਕਿਹਾ ਹੈ, ਕਹਿੰਦੇ ਵੀ ਇਹ ਐਸਾ ਸਾਕਤ ਜਿਹੜਾ ਪਰਮਾਤਮਾ ਨੂੰ ਨਹੀਂ ਮੰਨਦਾ ਨਾ, ਜਿਹੜਾ ਜਗਿਆਸੂ ਨਹੀਂ ਹੈ, ਗੁਰੂ ਦੀ ਮੱਤ ਨੂੰ ਨਹੀਂ ਮੰਨਣ ਵਾਲਾ, ਗੁਰੂ ਦੇ ਧਰਮ ਨੂੰ ਨਹੀਂ ਮੰਨਣ ਵਾਲਾ, ਗੁਰੂ ਦੇ ਸਿਧਾਂਤ ਨੂੰ ਨਹੀਂ ਮੰਨਣ ਵਾਲਾ, ਗੁਰੂ ਦੇ ਨਾਮ ਨੂੰ ਨਹੀਂ ਮੰਨਦਾ, ਉਹ ਸਾਕਤ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਸਾਕਤ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੀ ਹੈ ਕਬੀਰ ਸਾਹਿਬ ਦੀ ਕਲਮ ਦੁਆਰਾ। ਸਾਕਤ ਸੰਗ ਨਾ ਕੀਜੀਐ, ਦੂਰੋ ਜਾਈਐ ਭਾਗ, ਬਾਸਣ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਸਾਡੇ ਪੰਜਾਬੀ ਦੇ ਵਿੱਚ ਅਖੌਤ ਹੈ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਕੜ ਲੈਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਸਾਕਤ ਪੁਰਖਾਂ ਨੂੰ ਜੇ ਅਸੀਂ ਇਹਨਾਂ ਦੇ ਨਾਲ ਸੰਗਤ ਕਰਾਂਗੇ ਨਾ, ਤੇ ਕੋਈ ਨਾ ਕੋਈ ਪਾਪ ਕਰਮ, ਕੋਈ ਨਾ ਕੋਈ ਬੁਰਾਈ, ਕੋਈ ਨਾ ਕੋਈ ਕਿਸੇ ਵੀ ਕਿਸਮ ਦਾ ਜਿਹੜਾ ਔਗਣ ਜਿਹੜਾ ਉਹ ਸਾਡੇ ਅੰਦਰ ਜ਼ਰੂਰ ਪ੍ਰਗਟ ਹੋ ਜਾਏਗਾ। ਸਧਾਰਨ ਉਦਾਹਰਨ ਦਿੱਤੀ ਹੈ ਕਬੀਰ ਸਾਹਿਬ ਨੇ ਕਿ ਬਾਸਣ ਕਾਰੋ, ਕਾਲਾ ਜਿਹੜਾ ਬਰਤਨ ਹੁੰਦਾ ਹੈ ਨਾ, ਜਦੋਂ ਬਲਦਾ ਹੈ ਨਾ ਤੇ ਅੱਗ ਦੇ ਨਾਲ ਕਾਲਾ ਹੋ ਜਾਂਦਾ ਹੈ ਚੁੱਲ੍ਹੇ ਤੇ ਉਹ ਕਾਲੇ ਬਰਤਨ ਨੂੰ ਜਦੋਂ ਅਸੀਂ ਹੱਥ ਲਾਈਏ ਨਾ ਤੇ ਕੁਛ ਨਾ ਕੁਛ ਥੋੜ੍ਹਾ ਬਹੁਤਾ ਦਾਗ ਤਾਂ ਜ਼ਰੂਰ ਹੀ ਲੱਗ ਜਾਂਦਾ ਹੈ। ਔਰ ਇਹੀ ਅਵਸਥਾ ਸਾਡੇ ਗੁਰਸਿੱਖ ਸੰਗਤ ਦੇ ਵਿੱਚ ਹੈ ਕਿ ਜਿਹੜੇ ਸਾਕਤ ਪੁਰਸ਼ ਹੈ ਉਹਨਾਂ ਦੇ ਨਾਲ ਜੇ ਅਸੀਂ ਸੰਗਤ ਕਰਾਂਗੇ ਨਾ ਤਾਂ ਕੁਛ ਨਾ ਕੁਛ ਸਾਨੂੰ ਵੀ ਬੁਰਾਈਆਂ ਪੱਲੇ ਪੈ ਜਾਣਗੀਆਂ, ਸਾਡੇ ਵੀ ਔਗਣਾਂ ਦੇ ਭੰਡਾਰਨ ਲੱਗ ਜਾਣਗੇ। ਥੋੜ੍ਹੀ ਬਹੁਤੀ ਨਹੀਂ, ਇੰਨਾ ਪਾਪ ਬਣ ਜਾਏਗਾ ਕਿ ਸਾਡੇ ਤੋਂ ਲੈਣਾ ਹੀ ਨਹੀਂ ਮੁੜ ਕੇ, ਸਾਡੇ ਤੋਂ ਉਹ ਰਸਤਾ ਹੀ ਨਹੀਂ ਸਾਨੂੰ ਮਿਲੇਗਾ। ਸਾਨੂੰ ਮਾਇਆ ਦੇ ਚੱਕਰਾਂ 'ਚ ਗਾਂਹ ਦੀ ਗਾਂਹ ਇਹ ਮਾਇਆ ਜਿਹੜੀ ਹੈ, ਇਹ ਜਿਹੜੀ ਔਗਣੀ
ਚੀਜ਼ ਹੈ ਇਹ ਅੱਗੇ ਦੀ ਅੱਗੇ ਭਟਕਾਉਂਦੀ ਰਹਿੰਦੀ ਹੈ। ਇਸ ਕਰਕੇ ਗੁਰੂ ਸਾਹਿਬ ਕਬੀਰ ਸਾਹਿਬ ਨੇ ਕਿਹਾ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ, ਤੋ ਕੁਛ ਲਾਗੈ ਦਾਗ। ਇਹੀ ਗੱਲ ਗੁਰੂ ਸਾਹਿਬ ਨੇ ਵੀ ਕੀਤੀ ਹੈ। ਗੁਰੂ ਸਾਹਿਬ ਕਹਿੰਦੇ ਆ, ਹਰ ਹਰ ਤਿਨ ਕਾ ਦਰਸ ਨਾ ਕਰਿਓ, ਜਿਨੀ ਹਰ ਹਰ ਨਾਮ ਨਾ ਧਿਆਇਆ। ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ। ਕਹਿੰਦੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਾਨੂੰ ਇਹ ਬਖਸ਼ਿਸ਼ ਕਰਦੀ ਹੈ ਗੁਰਮੁਖ ਪਿਆਰਿਓ, ਕਿ ਭਾਈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵਾਹਿਗੁਰੂ ਜਾਂ ਹਰ ਹਰ ਜਾਂ ਜੋ ਵੀ ਉਸਨੇ ਆਪਣੀ ਦੀਕਸ਼ਾ ਦੇ ਵਿੱਚ ਆਪਣੇ ਮੁਰਸ਼ਦ ਤੋਂ ਲਿਆ, ਆਪਣੇ ਗੁਰੂ ਤੋਂ ਲਿਆ ਹੋਇਆ, ਆਪਣੇ ਸਤਿਗੁਰੂ ਤੋਂ ਲਿਆ ਹੋਇਆ, ਉਸ ਦਾ ਜੇ ਉਸਨੇ ਆਪਣੇ ਮੁਖ ਦੇ ਵਿੱਚ ਨਾਮ ਸਿਮਰਨ ਨਹੀਂ ਕੀਤਾ ਨਾ, ਤੇ ਉਸ ਦੇ ਦਰਸ਼ਨ ਨਾ ਕਰਿਓ ਭਾਈ। ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ। ਜਿਨ੍ਹਾਂ ਨੇ ਸਤਿਗੁਰੂ ਪੁਰਖ ਦਾ ਦਰਸ਼ਨ ਨਹੀਂ ਪਾਇਆ, ਉਹਨਾਂ ਦੇ ਦਰਸ਼ਨ ਨਾ ਕਰਿਓ। ਵੇਖਿਓ ਕਿਤੇ ਤੁਸੀਂ ਗਲਤ ਰਸਤੇ ਪੈ ਜਾਓ। ਗੁਰੂ ਸਾਹਿਬ ਸਾਨੂੰ ਇਹ ਤਕੜਾਈ ਕਰਦੇ ਹੈ, ਸਾਨੂੰ ਗੁਰੂ ਸਾਹਿਬ ਇਸ ਤੋਂ ਵਰਜਿਤ ਕਰਦੇ ਆ, ਭਾਈ ਇਹਨਾਂ ਲੋਕਾਂ ਦੀ ਸੰਗਤ ਨਾ ਕਰੋ। ਇਹ ਸੰਗਤ ਨਹੀਂ ਕਹਾਉਂਦੀ ਗੀ। ਸਤ ਸੰਗਤ ਤਾਂ ਉਹੀ ਹੈ ਜਿਹੜੀ ਪਰਮਪਿਤਾ ਪਰਮਾਤਮਾ ਦੇ ਨਾਲ, ਸਤਿਗੁਰੂ ਦੇ ਨਾਲ ਜੁੜ ਕੇ ਵਾਹਿਗੁਰੂ ਨਾਮ ਸਿਮਰਨ ਕਰਦੀ ਹੋ, ਉਸ ਦੀ ਆਗਿਆ ਨੂੰ ਸਤ ਕਰਕੇ ਮੰਨਦੀ ਹੈ, ਉਸ ਦੇ ਧਰਮ ਨੂੰ ਮੰਨਦੀ ਹੈ, ਉਸ ਦੀ ਮੱਤ ਨੂੰ ਮੰਨਦੀ ਹੈ, ਉਸ ਦੇ ਸਿਧਾਂਤਾਂ ਨੂੰ ਮੰਨਦੀ ਹੈ, ਪਰਮਪਿਤਾ ਪਰਮਾਤਮਾ ਨੂੰ ਸਮਰਪਿਤ ਹੈ, ਵਾਹਿਗੁਰੂ ਅਕਾਲ ਪੁਰਖ ਨੂੰ ਜੋ ਸਮਰਪਿਤ ਹੈ। ਤੇ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਜੋ ਸਤ ਸੰਗਤ ਦੇ ਵਿੱਚ ਬੈਠ ਕੇ ਇਹ ਗੁਰਮੁਖ ਪਿਆਰੇ ਜਦੋਂ ਨਾਮ ਸਿਮਰਨ ਕਰਦੇ ਆ ਨਾ, ਤੇ ਉਹਨਾਂ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਇਹੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਗੁਰਪੁਰ ਸਾਧ ਪਰਮ ਪਦ ਪਾਇਆ, ਸੂਕੈ ਕਾਸਟ ਹਰਿਆ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਮੇਰੇ ਮਾਧੋ ਜੀ। ਮਾਧੋ ਮਤਲਬ ਇਸ ਗੁਰਮੁਖ ਸਰੀਰ ਦਾ ਨਾਮ ਸਮਝ ਲਓ ਜਾਂ ਕਿਸੇ ਦਾ ਵੀ ਨਾਮ ਸਮਝ ਲਓ। ਸਤ ਸੰਗਤ ਮਿਲਿਆ ਸੋ ਤਰਿਆ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਜੋ ਸਤਸੰਗ ਦੇ ਵਿੱਚ ਬੈਠ ਕੇ ਮਿਲ ਕੇ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਨਾ, ਉਹ ਤਰ ਜਾਂਦਾ ਹੈ, ਭਾਵ ਪਰਮਪਿਤਾ ਪਰਮਾਤਮਾ ਨੂੰ ਮਿਲ ਜਾਂਦਾ, ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਨੂੰ ਖੁਸ਼ੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦਾ 84 ਲੱਖ ਜੂਨੀਆਂ ਦਾ ਆਵਾਗਮਨ ਜਿਹੜਾ ਹੈ ਕੱਟਿਆ ਜਾਂਦਾ, ਔਰ ਉਸ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੈ ਕਾਸਟ ਹਰਿਆ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਭਾਈ ਗੁਰੂ ਦੀ ਕਿਰਪਾ ਨਾਲ ਜਦੋਂ ਅਸੀਂ ਗੁਰੂ ਦਾ ਨਾਮ ਸਿਮਰਨ ਕਰਦੇ ਆ ਨਾ, ਗੁਰਸਿੱਖ ਸਤਸੰਗਤ ਦੇ ਵਿੱਚ ਬੈਠ ਕੇ, ਉਦੋਂ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦਾ ਪ੍ਰਸਾਦ ਸਾਨੂੰ ਪਰਮ ਪਦ ਰੂਪ ਦੇ ਵਿੱਚ, ਪਰਮ ਪਦ ਦਾ ਮਤਲਬ ਪਰਮਾਤਮਾ ਦਾ ਪਿਆਰਾ ਹੋ ਜਾਣਾ, ਸਾਨੂੰ ਇਸ ਸੰਗਤ ਦੇ ਵਿੱਚ ਬੈਠਿਆ ਹੋਇਆ, ਇਸ ਸੰਸਾਰ ਦੇ ਵਿੱਚ ਬੈਠਿਆ ਹੋਏ ਪਰਮ ਪਿਤਾ ਪਰਮਾਤਮਾ ਇਹ ਖੁਸ਼ੀਆਂ ਬਖਸ਼ ਦਿੰਦਾ ਕਿ ਸਾਨੂੰ ਪਰਮ ਪਦ ਦੀ ਪ੍ਰਾਪਤੀ, ਭਾਵ ਪਰਮਾਤਮਾ ਦੇ ਪਿਆਰੇ ਹੋਣ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਦੋਂ ਐਸੀ ਅਵਸਥਾ ਬਣ ਜਾਂਦੀ ਹੈ, ਸੂਕੇ ਕਾਸਟ ਹਰਿਆ। ਐਸੀ ਅਵਸਥਾ ਹੁੰਦੀ ਹੈ ਕਿ ਜਿਹੜੇ ਸੁੱਕੇ ਹੋਏ ਕਾਠ ਲੱਕੜਾਂ ਵੀ ਹੁੰਦੀਆਂ ਨਾ, ਉਹ ਵੀ ਪਰਮਾਤਮਾ ਦੇ ਪਰਮ ਪਦ ਦੀ ਪ੍ਰਾਪਤੀ ਨਾਲ ਸਿਮਰਨ ਦੇ ਸਦਕਾ ਪਰਮ ਪਿਤਾ ਪਦ ਦੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤਾਂ ਉਦੋਂ ਉਹ ਸੁੱਕੇ ਹੋਏ ਕਾਸ਼ਟ ਲੱਕੜਾਂ ਵੀ ਜਿਹੜੀਆਂ ਉਹ ਹਰੀਆਂ ਹੋ ਜਾਂਦੀਆਂ, ਭਾਵ ਉਹ ਹਰੀਆਂ ਫੁੱਟ ਕੇ ਟਾਹਣੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਉਹਨਾਂ ਦੇ ਨਵੀਂ ਅਵਸਥਾ, ਨਵੀਂ ਜ਼ਿੰਦਗਾਨੀ, ਨਵੀਂ ਰੂਹ, ਨਵਾਂ ਸਾਰ, ਨਵਾਂ ਪਿਆਰ, ਨਵੀਂ ਭਾਵਨਾ, ਨਵਾਂ ਹੀ ਸਮਰਪਿਤਪਣ ਜਿਹੜਾ ਹੈ ਉਹ ਪਰਮਪਿਤਾ ਪਰਮਾਤਮਾ ਦੇ ਪ੍ਰਤੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਗੁਰੂ ਦੀ ਸਤ ਸੰਗਤ ਜਿਹੜੀ ਆ ਭਾਈ, ਇਹ ਸਾਨੂੰ ਗੁਰੂ ਸਾਹਿਬ ਫੇਰ ਬਖਸ਼ਿਸ਼ ਕਰਦੇ ਆ। ਹਰ ਹਰ ਅੰਮ੍ਰਿਤ ਨਾਮ ਰਸ। ਇਹ ਪਰਮਾਤਮਾ ਦਾ ਨਾਮ ਜਿਹੜਾ ਨਾ, ਇਹ ਅੰਮ੍ਰਿਤ ਰਸ ਹੈ। ਹਰ ਅੰਮ੍ਰਿਤ ਹਰ ਉਰਤ ਹਾਰ। ਇਹ ਪਰਮਾਤਮਾ ਦੇ ਅੰਮ੍ਰਿਤ ਨੂੰ ਹਰ ਭਾਵ ਹਰ ਹਰ ਬੋਲ ਕੇ ਉਰਧਾਰ ਹਿਰਦੇ ਦੇ ਵਿੱਚ ਧਾਰਨ ਕਰੋ। ਫਿਰ ਗੁਰੂ ਸਾਹਿਬ ਕਹਿੰਦੇ ਆ, ਵਿੱਚ ਸੰਗਤ ਹਰ ਪ੍ਰਭ ਵਰਤਦਾ। ਇਸ ਤਰ੍ਹਾਂ ਦੀ ਸਤ ਸੰਗਤ ਦੇ ਵਿੱਚ ਫਿਰ ਪਰਮਪਿਤਾ ਪਰਮਾਤਮਾ ਆਪ ਹਾਜ਼ਰ ਹੁੰਦਾ ਹੈ।
ਗੁਰੂ ਸਾਹਿਬ ਕਹਿੰਦੇ ਆ ਨਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਫਿਰ ਉਸ ਬੰਦੇ ਨੂੰ ਚੋਟਾਂ ਨਹੀਂ ਖਾਣੀਆਂ ਪੈਂਦੀਆਂ ਗੀਆਂ। ਗੁਰੂ ਸਾਹਿਬ ਕਹਿੰਦੇ ਆ ਵਡਭਾਗੀ ਹਰ ਸੰਗਤ ਭਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਉਹ ਵਡਭਾਗੀ ਹੋ ਜਾਂਦਾ ਹੈ, ਉਸ ਨੂੰ ਗੁਰੂ ਦੀ ਸਤ ਸੰਗਤ, ਪਰਮਪਿਤਾ ਪਰਮਾਤਮਾ ਦੀ ਸਤ ਸੰਗਤ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਤੇ ਇਸ ਨਾਲ ਗੁਰੂ ਸਾਹਿਬ ਵਰਸ਼ ਕਰਦੇ ਆ ਭਾਈ ਵਿੱਚ ਸੰਗਤ ਹਰ ਪ੍ਰਭ ਵਰਤਦਾ। ਸੰਗਤ ਦੇ ਵਿੱਚ ਹੀ ਪਰਮਾਤਮਾ ਆਪ ਬਿਰਾਜਮਾਨ ਹੁੰਦਾ ਹੈ। ਬੁੱਝੈ ਸ਼ਬਦ ਵਿਚਾਰ, ਭਾਵ ਸ਼ਬਦ ਕਿਹੜਾ? ਪਰਮਾਤਮਾ ਦਾ ਨਾਮ, ਜੋ ਅਸੀਂ ਗੁਰੂ ਤੋਂ ਨਾਮ ਦੀਕਸ਼ਾ ਦੇ ਵਿੱਚ ਪ੍ਰਾਪਤ ਕੀਤਾ। ਵਾਹਿਗੁਰੂ 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 ਜਾਂ ਗੁਰਬਾਣੀ ਸਾਰੀ ਜੋ ਸਾਨੂੰ ਵਿਚਾਰ ਦੱਸਦੀ ਆ, ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਹਿਰਦੇ ਦੇ ਵਿੱਚ ਆਪਣੇ ਧਾਰਨ ਕਰਕੇ, ਆਪਣੇ ਪਿਆਰ ਨੂੰ ਗੁਰੂ ਨੂੰ ਸਮਰਪਿਤ ਕਰਕੇ, ਆਪਣੀ ਸ਼ਰਧਾ ਨੂੰ, ਭਾਵਨਾ ਨੂੰ ਸਮਰਪਿਤ ਕਰਕੇ ਅਸੀਂ ਗੁਰੂ ਦੇ ਨਾਲ ਜਦੋਂ ਜੋੜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਗੁਰੂ ਸਾਹਿਬ ਕਹਿੰਦੇ ਆ ਭਾਈ ਉਦੋਂ ਸਾਡਾ ਪਰਮਪਿਤਾ ਪਰਮਾਤਮਾ ਨਾਲ ਜੋਗ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਵੇਖੇ ਆ, ਅਸੀਂ ਬਹੁਤ ਇਕੱਠੇ ਹੋਏ ਹੁੰਦੇ ਆ, ਗੱਲਾਂ ਕਰਦੇ ਆ, ਤੇ ਗੁਰੂ ਸਾਹਿਬ ਕਹਿੰਦੇ ਆ ਕਿ ਗੱਲੀ ਕਿਹਨੇ ਨਾ ਪਾਇਓ। ਗੱਲਾਂ ਨਾਲ ਕੋਈ ਨਹੀਂ ਪ੍ਰਾਪਤ ਕਰ ਸਕਦਾ ਗੁਰਮੁਖ ਪਿਆਰਿਓ। ਗੁਰੂ ਸਾਹਿਬ ਕਹਿੰਦੇ ਆ ਗੱਲੀ ਜੋਗ ਨਾ ਹੋਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਹ ਬਖਸ਼ਦੇ ਆ ਭਾਈ, ਗੱਲਾਂ ਦੇ ਨਾਲ ਪਰਮਾਤਮਾ ਨਾਲ ਜੋਗ ਨਹੀਂ ਹੋਵੇਗਾ। ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰੂ ਦੀ ਸ਼ਰਨ ਦੇ ਵਿੱਚ ਉਸ ਤੋਂ ਨਾਮ ਲੈ ਕੇ, ਉਸ ਨਾਮ ਦੀ ਸਿਮਰਨਾ ਕਰਕੇ, ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ ਦੁਆਰਾ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਇਹ ਗੁਰਸਿੱਖ ਸਤ ਸੰਗਤ ਨੂੰ ਬਹੁਤ ਮਾਣ ਬਖਸ਼ਿਆ ਜਾਂਦਾ ਹੈ, ਕਿਉਂਕਿ ਸਾਰੀ ਗੁਰਸਿੱਖ ਜਿੰਨੀ ਵੀ ਜਗਿਆਸੂ ਸੰਗਤ ਹੈ ਉਹ ਪਰਮਪਿਤਾ ਪਰਮਾਤਮਾ ਜਿੱਥੇ ਵੀ ਇਕੱਠੀ ਹੋਵੇ ਉੱਥੇ ਪਰਮਪਿਤਾ ਪਰਮਾਤਮਾ ਨਾਲ ਮਿਲਣ ਹੁੰਦਾ ਉਸ ਦਾ। ਔਰ ਇਸ ਕਰਕੇ ਸੰਸਾਰ ਦੇ ਲੋਕ ਗੁਰਸਿੱਖ, ਜਿਵੇਂ ਅਸੀਂ ਨਗਰ ਕੀਰਤਨ ਕਰਨ ਜਾਂਦੇ ਹਾਂ, ਅਤੇ ਨਗਰ ਕੀਰਤਨ ਦੇ ਨਾਲ ਪਿੱਛੇ ਜਿਹੜੀ ਸਤ ਸੰਗਤ ਹੁੰਦੀ ਹੈ, ਜਾਂ ਜੋ ਵੀ ਨਗਰ ਕੀਰਤਨ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਸੰਗਤ ਜਾਂਦੀ ਹੈ, ਉਹ ਪਰਮਾਤਮਾ ਨਾਲ ਹਿਰਦੇ ਤੋਂ ਜੁੜੀ ਹੁੰਦੀ ਹੈ। ਔਰ ਉਸ ਕਰਕੇ ਉਸ ਸਤ ਸੰਗਤ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ। ਉਹਨਾਂ ਨੂੰ ਪ੍ਰਸ਼ਾਦੇ, ਲੰਗਰ, ਮਠਿਆਈਆਂ, ਦੁੱਧ, ਠੰਡਾ, ਹਰ ਪ੍ਰਕਾਰ ਦੀ ਵਸਤੂ ਜਿਹੜੀ ਹੈ ਨਾ, ਉਹਨਾਂ ਨੂੰ ਸਤਿਕਾਰ ਨਾਲ ਭੇਟ ਕੀਤੀ ਜਾਂਦੀ ਹੈ। ਅਤੇ ਇਸੇ ਕਰਕੇ ਹੀ, ਕਿਉਂਕਿ ਇਹ ਸਤ ਸੰਗਤ ਜਿਹੜੀ ਹੈ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੈ, ਪਰਮਾਤਮਾ ਨਾਲ ਜੋੜ ਕੀਤਾ ਹੋਇਆ, ਇਹ ਜੁੜੀ ਹੋਈ ਹੈ ਪਰਮਪਿਤਾ ਪਰਮਾਤਮਾ ਦੇ ਨਾਲ। ਤੋ ਸਾਧ ਸੰਗਤ ਜੀ, ਅਸੀਂ ਇਸ ਕਰਕੇ ਗੁਰਸਿੱਖ ਸੰਗਤ ਦੇ ਮੁੱਖ ਦੇ ਵਿੱਚ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਸਿਮਰਨ, ਸਤਿਗੁਰੂ ਦੀ ਗੁਰਬਾਣੀ ਔਰ ਭਾਵਨਾ ਜਿਹੜੀ ਹੈ ਪਰਮਪਿਤਾ ਪਰਮਾਤਮਾ ਦੇ ਚਰਨ ਸ਼ਰਨ ਦੇ ਵਿੱਚ ਜੁੜੀ ਹੁੰਦੀ ਹੈ। ਇਸ ਕਰਕੇ ਹੀ ਹਰ ਥਾਂ ਦੇ ਉੱਤੇ ਗੁਰਸਿੱਖ ਸਤ ਸੰਗਤ ਨੂੰ ਪਵਿੱਤਰ ਔਰ ਸ਼ੁਭ ਗਿਣਿਆ ਜਾਂਦਾ ਹੈ, ਫਲਦਾਈ ਗਿਣਿਆ ਜਾਂਦਾ, ਔਰ ਪਰਮਾਤਮਾ ਦਾ ਸਰੂਪ ਗਿਣਿਆ ਜਾਂਦਾ ਹੈ। ਇਸ ਕਰਕੇ ਹੀ ਗੁਰਸਿੱਖ ਸੰਗਤ ਦਾ ਹਰ ਥਾਂ ਦੇ ਉੱਤੇ ਮਾਣ ਸਤਿਮਾਨ ਹੁੰਦਾ ਹੈ। ਉਸ ਨੂੰ ਅਨੇਕਾਂ ਵਸਤਾਂ, ਅਨੇਕਾਂ ਪਦਾਰਥ ਗੁਰੂ ਦਾ ਸਰੂਪ ਸਮਝਦੇ ਹੋਏ ਭੇਟ ਕੀਤੇ ਜਾਂਦੇ ਹੈ। ਖਾਣ ਪੀਣ ਦੇ ਪਦਾਰਥ ਭੇਟ ਕੀਤੇ ਜਾਂਦੇ ਹੈ। ਹੋਰ ਲੋੜਵੰਦ ਵਸਤਾਂ ਜਿਹੜੀਆਂ ਵੀ ਹੈ ਨਾ, ਉਹ ਉਸ ਸੰਗਤ ਨੂੰ ਭੇਟ ਕੀਤੀਆਂ ਜਾਂਦੀਆਂ। ਗੁਰੂ ਸਾਹਿਬ ਕਹਿੰਦੇ ਆ, ਅਮੂਮਨ ਵਿਚਾਰ ਹੈ ਸਾਡੇ ਸਮਾਜ ਦੇ ਵਿੱਚ ਕਿ ਗਰੀਬ ਦਾ ਮੁੱਖ ਗੁਰੂ ਕੀ ਗੋਲਕ। ਗਰੀਬ ਦਾ ਮੁੱਖ ਦਾ ਭਾਵ ਮਤਲਬ ਗਰੀਬ ਇਹ ਨਹੀਂ ਕਿ ਕੋਈ ਕੰਗਲਾ ਹੈ, ਕੋਈ ਬਿਲਕੁਲ ਹੀ ਉਸਦੇ ਕੋਲ ਕੁਛ ਨਹੀਂ ਹੈ। ਨਹੀਂ, ਗਰੀਬ ਉਸ ਨੂੰ ਕਿਹਾ ਜਾਂਦਾ ਹੈ ਕਿ ਜੋ ਪਰਮਪਿਤਾ ਪਰਮਾਤਮਾ ਦੇ ਸਿਧਾਂਤ ਨੂੰ ਸਮਝ ਗਿਆ, ਜੋ ਪਰਮਪਿਤਾ ਪਰਮਾਤਮਾ ਦੇ ਧਰਮ ਨੂੰ ਸਮਝ ਗਿਆ ਹੈ। ਭੈ ਕਾਹੂ ਕੋ ਦੇਤਨਾ ਨਾ ਕੋ ਭੈ ਕਾਹੂ ਕੋ ਦੇਤਨਾ ਨਾ ਭੈ ਮਾਨਤ ਆਨ। ਐਸੀ ਅਵਸਥਾ ਨੂੰ ਜੋ ਸਮਝ ਗਿਆ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਐਸੀ ਅਵਸਥਾ, ਐਸੇ ਧਰਮ ਨੂੰ ਜਿਹੜਾ ਸਮਝ ਗਿਆ ਨਾ ਕਿ ਹਰ ਬੰਦਾ ਜਿਹੜਾ ਹੈ, ਹਰ ਮਨੁੱਖ ਜਿਹੜਾ ਹੈ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਾਰੇ ਸੰਸਾਰ ਦੇ ਜੀਵ ਜਿਹੜੇ ਹੈ ਉਸ ਪਰਮਪਿਤਾ ਪਰਮਾਤਮਾ ਦੀ ਸੰਤਾਨ ਹੈ। ਜਦੋਂ ਐਸੀ ਅਵਸਥਾ ਨੂੰ ਸਮਝ ਜਾਂਦਾ, ਫਿਰ ਉਹ ਬੰਦਾ ਕਿਸੇ ਨੂੰ ਨਾ ਦੁੱਖ ਦਿੰਦਾ ਹੈ, ਨਾ ਕਿਸੇ ਦਾ ਖੋਹਦਾ ਹੈ, ਨਾ ਕਿਸੇ ਦਾ ਪਾਪ ਕਰਦਾ ਹੈ, ਨਾ ਕਿਸੇ ਦਾ ਅਪਮਾਨ ਕਰਦਾ ਹੈ, ਨਾ ਕਿਸੇ ਦਾ ਨਿੰਦਿਆ ਕਰਦਾ ਹੈ, ਨਾ ਕਿਸੇ ਦੀ ਚੁਗਲੀ ਕਰਦਾ ਹੈ। ਮਾਣ ਅਪਮਾਨ ਉਸ ਨੂੰ ਦੋਨੋਂ ਬਰਾਬਰ ਹੁੰਦੇ ਹੈ, ਔਰ ਉਹ ਹਮੇਸ਼ਾ ਹੀ ਰੂਹ ਜਿਹੜੀ ਹੈ ਨਾ ਪਰਮਪਿਤਾ ਪਰਮਾਤਮਾ ਦਾ ਸਰੂਪ ਬਣ ਜਾਂਦੀ ਹੈ। ਇਸ ਕਰਕੇ ਐਸੀ ਅਵਸਥਾ, ਗਰੀਬ ਅਵਸਥਾ ਵਾਲੇ ਬੰਦੇ ਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਪਰਮਪਿਤਾ ਪਰਮਾਤਮਾ ਦਾ ਸਰੂਪ ਗਿਣਿਆ ਜਾਂਦਾ ਹੈ, ਔਰ ਉਸ ਨੂੰ ਜੋ ਵੀ ਦਿੱਤਾ ਜਾਂਦਾ, ਭੇਟ ਕੀਤਾ ਜਾਂਦਾ, ਜਾਂ ਖਵਾਇਆ ਜਾਂਦਾ ਹੈ, ਜਾਂ
ਕਿਸੇ ਵੀ ਤਰੀਕੇ ਨਾਲ ਉਸ ਨੂੰ ਸਮਰਪਿਤ ਕੀਤਾ ਜਾਂਦਾ ਹੈ, ਉਹ ਪਰਮਪਿਤਾ ਪਰਮਾਤਮਾ ਨੂੰ ਸਮਰਪਿਤ ਕਰਨ ਦੇ ਬਰਾਬਰ ਹੁੰਦਾ। ਕਿਉਂਕਿ ਸਮਾਜ ਦੇ ਵਿੱਚ ਇੱਕ ਬਹੁਤ ਸਦੀਆਂ ਤੋਂ ਇਹ ਰਿਵਾਜ ਚੱਲਿਆ ਹੋਇਆ ਹੈ, ਇੱਕ ਵਿਵਸਥਾ ਹੈ ਕਿ ਹਿੰਦੂ ਸਮਾਜ ਦੇ ਵਿੱਚ ਅਮੂਮਨ ਅਗਨੀ ਨੂੰ ਭੇਟਾ ਵਸਤਾਂ ਕੀਤੀਆਂ ਜਾਂਦੀਆਂ, ਜੱਗ ਰਚਾਏ ਜਾਂਦੇ ਆ, ਉੱਥੇ ਅਗਨੀ ਬਾਲੀ ਜਾਂਦੀ ਹੈ, ਹਵਨ ਕੁੰਡਾਂ ਦੇ ਵਿੱਚ ਸਮੱਗਰੀ ਭੇਟੀ ਜਾਂਦੀ ਹੈ, ਬੜੀ ਕੀਮਤੀ ਸਮੱਗਰੀ ਜਿਹੜੀ ਹੈ ਉਹ ਭੇਟ ਕੀਤੀ ਜਾਂਦੀ ਹੈ। ਔਰ ਸੋਚਿਆ ਇਹ ਜਾਂਦਾ ਹੈ ਕਿ ਇਹ ਅਗਨੀ ਜਿਹੜੀ ਹੈ ਨਾ, ਇਹ ਪਰਮਪਿਤਾ ਪਰਮਾਤਮਾ ਦੇਵਤਿਆਂ ਦਾ ਮੁੱਖ ਹੈ, ਦੇਵਤਿਆਂ ਦਾ ਮੁੱਖ ਹੈ। ਔਰ ਜੋ ਵੀ ਅਸੀਂ ਇਸ ਦੇ ਵਿੱਚ ਭੇਟ ਕਰਾਂਗੇ, ਉਹ ਸਮੱਗਰੀ, ਉਹ ਵਸਤੂ ਜਿਹੜੀ ਹੈ ਉਹ ਪਰਮਪਿਤਾ ਪਰਮਾਤਮਾ ਕੋਲ ਪਹੁੰਚ ਜਾਏਗੀ, ਦੇਵਤਿਆਂ ਕੋਲ ਪਹੁੰਚ ਜਾਏਗੀ। ਤੋ ਇਸ ਤਰ੍ਹਾਂ ਦੇ ਨਾਲ ਇਹ ਪਵਨ ਜੱਗ ਦੇ ਵਿੱਚ, ਹਵਨ ਜੱਗ ਦੇ ਵਿੱਚ ਇਹ ਸਮੱਗਰੀਆਂ, ਕੀਮਤੀ ਸਮੱਗਰੀਆਂ, ਕਾਜੂ, ਖਾਣ ਵਾਲੀਆਂ ਵਸਤਾਂ, ਐਸੀਆਂ ਵਸਤਾਂ ਜਿਹੜੀਆਂ ਕਿ ਮਨੁੱਖ ਲਈ ਫਾਇਦੇਮੰਦ ਹੈ, ਉਹ ਅਗਨੀ ਭੇਟ ਕਰ ਦਿੱਤੀਆਂ ਜਾਂਦੀਆਂ। ਪਰ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨਜ਼ਰੀਏ ਨੂੰ ਬਦਲ ਦਿੱਤਾ ਹੈ। ਸਿੱਖ ਧਰਮ ਦੇ ਵਿੱਚ, ਸਿੱਖ ਧਰਮ ਦੇ ਜਗਿਆਸੂਆਂ ਨੂੰ, ਸਿੱਖ ਧਰਮ ਦੇ ਸਿੱਖਾਂ ਨੂੰ ਇਹ ਵਿਚਾਰ ਦਿੱਤਾ ਕਿ ਜੇ ਭਾਈ ਤੁਸੀਂ ਇਹੀ ਵਸਤਾਂ, ਕੀਮਤੀ ਵਸਤਾਂ ਕਿਸੇ ਗਰੀਬ ਉਹ ਜੋ ਪਰਮਪਿਤਾ ਪਰਮਾਤਮਾ ਨੂੰ ਸਮਰਪਿਤ ਹੈ, ਉਸ ਨੂੰ ਜਦੋਂ ਤੁਸੀਂ ਭੇਟਾ ਕਰੋਗੇ, ਉਸ ਨੂੰ ਜਦੋਂ ਤੁਸੀਂ ਛਕਾਓਗੇ, ਉਹ ਜਿਹੜੀ ਵਸਤੂ ਹੈ ਨਾ, ਉਹ ਪਰਮਪਿਤਾ ਪਰਮਾਤਮਾ ਦੇ ਕੋਲ ਪਹੁੰਚ ਜਾਏਗੀ। ਜਿਸ ਤਰ੍ਹਾਂ ਇੱਕ ਵਿਚਾਰ ਪਿਛਲੇ ਦਿਨਾਂ ਹੀ ਆਇਆ ਕਿ ਕਸ਼ਮੀਰ ਦੇ ਵਿੱਚ ਗੁਰੂ ਸਾਹਿਬ ਗਏ ਹੋਏ ਆ, ਔਰ ਉੱਥੋਂ ਦੀ ਇੱਕ ਸੰਗਤ ਜਿਹੜੀ ਆ ਬਹੁਤ ਵਧੀਆ ਸ਼ਹਿਦ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਭੇਟ ਕਰਨ ਵਾਸਤੇ ਲੈ ਕੇ ਜਾ ਰਹੀ ਹੈ। ਔਰ ਰਸਤੇ ਵਿੱਚ ਇੱਕ ਕੱਟੂ ਨਾਂ ਦਾ ਗੁਰਸਿੱਖ ਜਿਹੜਾ ਸੀ, ਕੁਛ ਅਵਸਥਾ ਦੇ ਵਿੱਚ, ਬਿਮਾਰ ਅਵਸਥਾ 'ਚ ਸੀ, ਸਾਹ ਦਾ ਜਿਹੜਾ ਹੈ ਉਸ ਨੂੰ ਰੋਗ ਸੀ, ਔਰ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣਾ ਚਾਹੁੰਦਾ ਸੀ। ਪਰ ਰਸਤੇ 'ਚ ਉਸ ਨੂੰ ਇੱਕ ਸਤਸੰਗਤ ਤੁਰੀ ਜਾਂਦੀ ਮਿਲ ਗਈ, ਜੱਥਾ ਮਿਲ ਗਿਆ, ਔਰ ਉਸ ਜਥੇ ਦੇ ਨਾਲ ਉਹ ਵੀ ਮਿਲ ਕੇ ਉਹਨਾਂ ਨੂੰ ਕਹਿਣ ਲੱਗਿਆ, ਭਾਈ ਮੈਂ ਬਿਮਾਰ ਹਾਂ ਔਰ ਮੈਨੂੰ ਵੀ ਨਾਲ ਲੈ ਚੱਲੋ, ਤੁਸੀਂ ਸਹਾਰਾ ਹੈ ਤੁਹਾਡਾ ਮੈਨੂੰ। ਉਹ ਚਲਦੇ ਨੂੰ ਸਾਹ ਚੜਿਆ, ਬੜਾ ਔਖਾ ਹੋਇਆ। ਉਹਨੇ ਕਿਹਾ, ਉਹਨੂੰ ਪਤਾ ਲੱਗਿਆ ਵੀ ਖੁਸ਼ਬੂ ਸ਼ਹਿਦ ਹੈ ਇਹਨਾਂ ਕੋਲੇ, ਤੇ ਤੁਸੀਂ ਭਾਈ ਮੈਨੂੰ ਥੋੜ੍ਹਾ ਸ਼ਹਿਦ ਦੇ ਦਿਓ, ਮੇਰਾ ਸਾਹ ਚੜ ਰਿਹਾ ਹੈ, ਮੈਂ ਔਖਾ ਹੋ ਰਿਹਾ, ਮੈਂ ਠੀਕ ਹੋ ਜਾਊਂਗਾ। ਪਰ ਸਤ ਸੰਗਤ ਨੇ ਉਸ ਨੂੰ ਸ਼ਹਿਦ ਨਹੀਂ ਦਿੱਤਾ। ਚਲੋ ਉਸਨੇ ਪਾਣੀ ਗਰਮ ਪੀ ਕੇ ਜਾਂ ਕਿਵੇਂ ਵੀ ਆਪਣੇ ਉਸ ਸਾਹ ਨੂੰ ਥੋੜ੍ਹਾ ਟਿਕਾਇਆ, ਫਿਰ ਸੰਗਤ ਦੇ ਨਾਲ ਤੁਰਿਆ। ਸੰਗਤ ਦੇ ਨਾਲ ਕਾਫੀ, ਕਿਉਂਕਿ ਚੜ੍ਹਾਈ ਦਾ ਰਸਤਾ ਸੀ, ਤੁਰਿਆ, ਫਿਰ ਸਾਹ ਚੜ੍ਹ ਗਿਆ। ਫਿਰ ਸੰਗਤ ਨੂੰ ਬੇਨਤੀ ਕੀਤੀ, ਭਾਈ ਮੈਨੂੰ ਥੋੜ੍ਹਾ ਸ਼ਹਿਦ ਦੇ ਦਿਓ, ਥੋੜ੍ਹਾ ਹੀ ਦੇ ਦਿਓ। ਪਰ ਸੰਗਤ ਨੇ ਫਿਰ ਸ਼ਹਿਦ ਨਹੀਂ ਦਿੱਤਾ ਉਸ ਨੂੰ। ਉਹ ਵਿਚਾਰਾ ਫਿਰ ਔਖਾ ਸੌਖਾ ਜਿਵੇਂ ਵੀ ਹੋਇਆ, ਆਪਣਾ ਦੁੱਖ ਝੱਲਦਾ ਹੋਇਆ, ਉਹ ਗੁਰੂ ਸੰਗਤ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਉਸ ਸੰਗਤ ਨੇ ਜਦੋਂ ਉਹ ਸ਼ਹਿਦ ਰੱਖਿਆ, ਬਾਕੀ ਜਿੰਨੀਆਂ ਵੀ ਭੇਟਾਵਾਂ ਸੰਗਤ ਹੋਰ ਲੈ ਕੇ ਆਈ ਸੀ ਨਾ, ਉਹ ਤਾਂ ਗੁਰੂ ਸਾਹਿਬ ਨੇ ਮਨਜ਼ੂਰ ਕਰ ਲਈਆਂ, ਪਰ ਜਿਹੜਾ ਸ਼ਹਿਦ ਸੀ ਨਾ, ਉਹ ਗੁਰੂ ਸਾਹਿਬ ਨੇ ਮਨਜ਼ੂਰ ਨਹੀਂ ਕੀਤਾ। ਕਹਿੰਦੇ ਭਾਈ ਇਸ ਦੇ ਵਿੱਚ ਕੀੜੇ ਪੈ ਗਏ ਆ, ਇਹ ਸਾਡੇ ਕੰਮ ਦਾ ਨਹੀਂ ਹੈ, ਇਸ ਨੂੰ ਭੇਟਾ ਕਬੂਲ ਨਹੀਂ ਹੋਵੇਗੀ। ਕੀ ਗੱਲ ਸੱਚੇ ਪਾਤਸ਼ਾਹ, ਭਾਈ ਇਹ ਅਸ਼ੁੱਧ ਹੋ ਗਿਆ ਹੈ, ਜਦੋਂ ਅਸੀਂ ਮੰਗਿਆ ਸੀ ਉਦੋਂ ਤਾਂ ਤੁਸੀਂ ਸਾਨੂੰ ਦਿੱਤਾ ਨਹੀਂ, ਹੁਣ ਤੁਸੀਂ ਇੱਥੇ ਲਿਆ ਕੇ ਰੱਖ ਦਿੱਤਾ ਹੈ, ਇਹ ਪਿੱਟਿਆ ਗਿਆ ਹੈ, ਇਹ ਅਸ਼ੁੱਧ ਹੋ ਗਿਆ ਹੈ, ਇਹਦੇ ਵਿੱਚ ਪਾਪ ਕਰਮ ਦੀ ਬੂ ਆਉਣੀ ਸ਼ੁਰੂ ਹੋ ਗਈ ਹੈ, ਮਨਮੁਖਤਾ ਦੀ ਬੂ ਆਉਣੀ ਸ਼ੁਰੂ ਹੋ ਗਈ ਹੈ, ਇਹਦੇ ਵਿੱਚ ਮੈਂ ਦੀ ਬੂ ਆਉਣੀ ਸ਼ੁਰੂ ਹੋ ਗਈ ਹੈ, ਇਹਦੇ ਵਿੱਚ ਸੇਵਾ ਭਾਵਨਾ ਦੀ ਬੂ ਨਹੀਂ ਹੈ, ਇਹਦੇ ਵਿੱਚ ਸੇਵਾ ਭਾਵਨਾ ਦਾ ਪਿਆਰ ਨਹੀਂ ਹੈ। ਇਸ ਕਰਕੇ ਇਹ ਸ਼ਾਇਦ ਜਿਹੜਾ ਹੁਣ ਸਾਡੇ ਖਾਣ ਦੇ ਲਾਇਕ ਨਹੀਂ ਹੈ, ਅਸੀਂ ਨਹੀਂ ਕਬੂਲ ਕਰ ਸਕਦੇ। ਤੋ ਗੁਰੂ ਸਾਹਿਬ ਨੇ ਜਦੋਂ ਇਹ ਸੰਗਤ, ਇਹ ਸਮਝਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਨੂੰ ਕੋਈ ਭੇਟ ਕਰਨੀ ਹੈ ਨਾ ਚੀਜ਼, ਤੇ ਅਸੀਂ ਸੰਗਤ ਦੇ ਮੁਖ ਦੇ ਵਿੱਚ ਪਾ ਦਈਏ, ਸੰਗਤ ਲੋੜਵੰਦ ਸੰਗਤ ਜਿਹੜੀ ਵੀ ਹੈ ਉਸ ਨੂੰ ਚੁਕਾ ਦਈਏ, ਉਸ ਨੂੰ ਦੇ ਦਈਏ, ਉਸ ਦੇ ਕੰਮ ਆ ਜਾਵੇ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਉਹੀ ਵਸਤੂ ਜਿਹੜੀ ਆ ਉਹ ਪਰਮਪਿਤਾ ਪਰਮਾਤਮਾ ਕੋਲ ਪਹੁੰਚ ਜਾਂਦੀ ਹੈ, ਔਰ ਉਹ ਕਬੂਲ ਹੋ ਜਾਂਦੀ। ਔਰ ਜਿਹੜੀ ਵਸਤੂ ਕਬੂਲ ਹੋ ਜਾਂਦੀ ਹੈ ਨਾ, ਉਹ ਪਰਮਪਿਤਾ ਪਰਮਾਤਮਾ ਖੁਸ਼ ਹੋ ਕੇ ਉਸ ਨੂੰ ਬਖਸ਼ਿਸ਼ਾਂ ਦੇ ਦਿੰਦਾ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਕਹਿੰਦੇ ਆ ਹਰ ਹਰੇ ਅੰਮ੍ਰਿਤ ਨਾਮ ਰਸ, ਇਹ ਅੰਮ੍ਰਿਤ ਨਾਮ ਰਸ ਬਣ ਜਾਂਦਾ ਜਦੋਂ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਕੋਈ ਵਸਤੂ ਕਬੂਲ ਹੋ ਜਾਂਦੀ ਹੈ, ਸਤ ਸੰਗਤ ਦੀ ਭੇਟਾ ਕੀਤੀ ਹੋਈ।
हर हरे अमृत नाम रस, हर अमृत हरि उर तार, विच संगत हर प्रभ वरतदा, बुझो शब्द विचार, मन हर हर नाम ते आया, बिख हौमै कढै मार। ये जो संगत फिर नाम सिमरन करती है, गुरबाणी नूं उचारण करती है, बोलती है, गाउंदी है, सिफत सलाह करती है परम पिता परमात्मा की, उदों जिहड़ी बिख हुंदी है ना हौमे की, ਉਹ ਇਹ ਨਾਮ ਦੁਆਰਾ ਮਾਰ ਮਾਰ ਕੇ ਬਾਹਰ ਕੱਢੀ ਜਾਂਦੀ ਹੈ। ਮਤਲਬ ਨਾਮ ਦੁਆਰਾ ਇਹਦੀ ਐਸੀ ਮਾਰ ਪੈਂਦੀ ਹੈ ਕਿ ਹਉਮੈ ਜਿਹੜੀ ਹੈ ਇਹ ਖਤਮ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ, ਜਿਨ ਹਰ ਨਾਮ ਨਾ ਚੇਤਿਓ, ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਚੇਤਿਆ ਹੀ ਨਹੀਂ, ਯਾਦ ਹੀ ਨਹੀਂ ਕੀਤਾ, ਬੋਲਿਆ ਹੀ ਨਹੀਂ, ਉਚਾਰਨ ਹੀ ਨਹੀਂ ਕੀਤਾ, ਗਾਇਆ ਹੀ ਨਹੀਂ ਹੈ, ਤਿਨ ਜੂਏ ਜਨਮ ਸਭ ਹਾਰ। ਉਸ ਨੇ ਜੂਏ ਦੇ ਵਿੱਚ, ਜਨਮ ਦੇ ਵਿੱਚ ਜੋ ਕੁਛ ਸੀ ਉਸ ਦੇ ਕੋਲੇ, ਸਭ ਜਨਮ ਵੀ ਇੱਕ ਨਹੀਂ, ਸਾਰੇ ਜਨਮ ਹੀ ਉਸ ਨੇ ਹਾਰ ਲਏ ਹੈ। ਗੁਰੂ ਸਾਹਿਬ ਕਹਿੰਦੇ ਆ, ਗੁਰ ਤੁਠੇ ਹਰ ਚੇਤਾਇਆ। ਸੰਗਤ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਸਾਹਿਬ ਨੂੰ ਕੋਈ ਭੇਟਾ ਦਿੱਤੀ ਜਾਂਦੀਆਂ ਤੇ ਗੁਰੂ ਸਾਹਿਬ ਖੁਸ਼ ਹੋ ਜਾਂਦੇ ਆ, ਤੇ ਗੁਰੂ ਸਾਹਿਬ ਕਹਿੰਦੇ ਆ ਉਦੋਂ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਹੁੰਦੀ ਆ। ਉਹ ਸੰਗਤ ਜਿਹੜੀ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ, ਹਰ ਨਾਮਾ ਹਰ ਉਰ ਧਾਰ, ਪਰਮਾਤਮਾ ਦੀ ਕਿਰਪਾ ਨਾਲ ਹੀ ਹਰ ਨਾਮ ਦਾ ਹਿਰਦੇ ਦੇ ਵਿੱਚ ਧਾਰਨ ਕਰਦੀ ਹੈ। ਤੇ ਗੁਰੂ ਸਾਹਿਬ ਕਹਿੰਦੇ, ਜਨ ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਗੁਰਬਾਣੀ ਦੁਆਰਾ 1314 ਅੰਗ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਜ਼ਰ ਇਹ ਸ਼ਬਦ ਵਿੱਚ ਵਿਚਾਰ ਕਰਦੇ ਆ ਕਿ ਜਨ ਨਾਨਕ, ਹੈ ਨਾਨਕ, ਗੁਰੂ ਦੇ ਪਿਆਰੇ ਤੇ ਮੁਖ ਉਜਲੇ ਹੋ ਜਾਂਦੇ ਆ ਜਿਹੜੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ, ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਆ। ਤਿਤ ਸੱਚੇ ਦਰਬਾਰ, ਉਸ ਸੱਚੇ ਪਰਮ ਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਹ ਸੱਚੇ ਹੋ ਜਾਂਦੇ ਆ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਇਹੀ ਕਾਰਨ ਹੈ ਕਿ ਸਤ ਸੰਗਤ ਨੂੰ ਪਵਿੱਤਰ ਜਾਣਿਆ ਜਾਂਦਾ ਹੈ, ਔਰ ਇਸੇ ਕਰਕੇ ਸਤ ਸੰਗਤ ਦਾ ਹਰ ਥਾਂ ਦੇ ਉੱਤੇ ਬਹੁਤ ਸਤਿਕਾਰ ਹੁੰਦਾ ਹੈ। ਸਤ ਸੰਗਤ ਨੂੰ ਬਹੁਤ ਵਸਤਾਂ ਭੇਟ ਕੀਤੀਆਂ ਜਾਂਦੀਆਂ, ਪਿਆਰ ਦੇ ਨਾਲ ਛਕਾਇਆ ਜਾਂਦਾ ਹੈ, ਔਰ ਸਨਮਾਨ ਵੀ ਦਿੱਤਾ ਜਾਂਦਾ, ਸਰੂਪੇ ਵੀ ਦਿੱਤੇ ਜਾਂਦੇ ਆ। ਸਤ ਸੰਗਤ ਦੇ ਵਿੱਚ ਜਿੰਨੇ ਵੀ ਸੇਵਾਦਾਰ ਹੁੰਦੇ ਆ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ, ਉਹਨਾਂ ਦਾ ਸਨਮਾਨ ਕੀਤਾ ਜਾਂਦਾ। ਇਹੀ ਕਾਰਨ ਹੈ ਕਿ ਉਹ ਗੁਰਮੁਖ ਪਿਆਰੇ ਜਦੋਂ ਪਰਮਾਤਮਾ ਦੇ ਨਾਲ ਗੁਰਬਾਣੀ ਸਰਵਣ ਕਰਦੇ ਆ, ਗੁਰਬਾਣੀ ਸੁਣਦੇ ਆ, ਗੁਰਬਾਣੀ ਕਹਿੰਦੇ ਆ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਉਹਨਾਂ ਦੇ ਅਣਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਆ, ਉਹ ਪਰਮ ਪਦ ਨੂੰ ਪ੍ਰਾਪਤ ਹੋ ਜਾਂਦੇ ਆ। ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਦੀ ਕਿਰਪਾ ਨਾਲ। ਫਿਰ ਇਹ ਸਤ ਸੰਗਤ ਜਿਹੜੀ ਹੈ ਨਾ ਪਵਿੱਤਰ ਹੋ ਜਾਂਦੀ ਹੈ, ਇਹਦੇ ਵਿੱਚ ਹੀ ਪਰਮਾਤਮਾ ਦਾ ਵਾਸਾ ਹੁੰਦਾ। ਇਹੀ ਕਾਰਨ ਹੈ ਕਿ ਸਤ ਸੰਗਤ, ਗੁਰਸਿੱਖ ਸਤ ਸੰਗਤ ਜਿਹੜੀ ਹੈ ਉਸ ਨੂੰ ਇੰਨਾ ਸਨਮਾਨ ਦਿੱਤਾ ਜਾਂਦਾ, ਕਿਉਂਕਿ ਇਸ ਸਤ ਸੰਗਤ ਦੇ ਵਿੱਚੋਂ ਹੀ ਆਮ ਮਨੁੱਖ ਜੇ ਕਿਤੇ ਇਸ 'ਤੇ ਸ਼ਰਧਾ ਭਾਵਨਾ ਕਰ ਲਵੇ, ਗੁਰੂ ਦੇ ਚਰਨਾਂ 'ਤੇ, ਗੁਰੂ ਦੇ ਨਾਲ ਪਿਆਰ ਕਰ ਲਵੇ, ਗੁਰੂ ਦੇ ਸਿਧਾਂਤ ਨੂੰ ਮੰਨ ਲਵੇ, ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨ ਲਵੇ, ਔਰ ਗੁਰੂ ਦੀ ਸ਼ਰਨ ਦੇ ਵਿੱਚ ਹਮੇਸ਼ਾ ਹਾਜ਼ਰ ਰਵੇ, ਉਹ ਗੁਰਮੁਖ ਪਿਆਰਾ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਪਰਮ ਪਿਤਾ ਪਰਮਾਤਮਾ ਦਾ ਪਿਆਰਾ ਹੋ ਜਾਂਦਾ ਹੈ। ਤੋ ਸਾਧ ਸੰਗਤ ਜੀ, ਉਸ ਦਾ ਜਿਹੜਾ ਆਵਾਗਮਨ ਹੁੰਦਾ 84 ਲੱਖ ਜੂਨੀਆਂ ਦਾ, ਉਹ ਕੱਟਿਆ ਜਾਂਦਾ ਹੈ। ਉਹ ਅੰਮ੍ਰਿਤ ਦੀ ਨਾਮ ਦੀ ਪ੍ਰਾਪਤੀ ਕਰਕੇ ਸਤਿਗੁਰੂ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਆਸਨ ਪ੍ਰਾਪਤ ਹੋ ਜਾਂਦਾ ਹੈ, ਔਰ ਉੱਥੇ ਆਸਨ 'ਤੇ ਬੈਠ ਕੇ ਉਹ ਪਰਮਾਤਮਾ ਦੇ ਦਰਸ਼ਦਾਰੇ ਕਰਦਾ ਹੈ, ਨਾਮ ਸਿਮਰਨ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਹਮੇਸ਼ਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਉਹ ਜੁੜਿਆ ਰਹਿੰਦਾ ਹੈ। ਤੋ ਸਾਧ ਸੰਗਤ ਜੀ, ਇੰਨੀਆਂ क्षमा ਦਾ ਜਾਚਕ ਹੈ। ਭੁੱਲਾਂ ਹੋ ਸਕਦੀਆਂ, ਅਨੇਕਾਂ ਤਰੁੱਟੀਆਂ ਗਲਤੀਆਂ ਹੋ ਸਕਦੀਆਂ, क्षमा ਕਰਨਾ ਸਾਧ ਸੰਗਤ ਗੁਰੂ ਰੂਪ ਹੈ, ਬਖਸ਼ਣਯੋਗ ਹੈ, ਬਖਸ਼ ਲੈਣਾ ਜੀ ਸਾਧ ਸੰਗਤ ਜੀ। ਇਹੀ ਕਿਰਪਾ ਹੈ ਸਾਧ ਸੰਗਤ, ਜੇ ਕਿਤੇ ਬਖਸ਼ਿਸ਼ ਕਰੇ ਤੇ ਗੁਰਮੁਖ ਪਿਆਰੇ ਸਾਡੇ ਵਰਗੇ ਨਿਮਾਣੇ ਜੇ ਗੁਰਮੁਖ ਪਿਆਰਿਆਂ ਨੂੰ ਵੀ ਮਾਣ ਮਿਲ ਜਾਂਦਾ ਹੈ ਸਤ ਸੰਗਤ ਦੁਆਰਾ। ਜੇ ਸਤਸੰਗ, ਗੁਰ ਦੀ ਸਤਸੰਗ ਸਾਨੂੰ ਪਿਆਰ ਕਰੇ, ਸਾਨੂੰ ਮਾਣ ਬਖਸ਼ੇ, ਤੇ ਪ੍ਰਮਾਤਮਾ ਆਪੇ ਹੀ ਮਾਣ ਬਖਸ਼ ਦਿੰਦਾ ਸਾਧ ਸੰਗਤ ਜੀ। ਇੰਨੀਆਂ ਵਿਚਾਰਾ ਕਰਦਾ ਹੋਇਆ ਦਾਸ क्षमा ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾइब करो, सेंड करो, लाइक करो एंड सेव करो। आपकी बड़ी मेहरबानी होगी।